ਸਤਿ ਸ਼੍ਰੀ ਅਕਾਲ, ਨਮਸਕਾਰ, ਆਦਾਬ। ਪ੍ਰਵਾਸੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਨੋ ਯੋਰ ਰਾਈਟਸ ਦੇ ਸ਼ੋਅ ਦੇ ਵਿੱਚ ਸਵਾਗਤ ਹੈ। ਮੈਂ ਹਾਂ ਤੁਹਾਡੀ ਹੋਸਟ ਰਾਖੀ ਚੌਧਰੀ। ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ, ਹਰ ਇੱਕ ਮੁਲਕ ਦੇ ਉਹਦੇ ਦੇ ਤੌਰ ਤਰੀਕੇ ਦੇ ਹਿਸਾਬ ਨਾਲ ਉੱਥੇ ਰੂਲਸ ਐਂਡ ਰੈਗੂਲੇਸ਼ਨਸ ਬਣਾਏ ਜਾਂਦੇ ਨੇ। ਅਤੇ ਜੇ ਅਸੀਂ ਗੱਲ ਕਰੀਏ ਨਾਰਥ ਅਮਰੀਕਾ ਦੀ, ਤੇ ਇੱਥੇ ਦੇ ਤੌਰ ਤਰੀਕਿਆਂ ਦੇ ਹਿਸਾਬ ਨਾਲ ਰੂਲਸ ਐਂਡ ਰੈਗੂਲੇਸ਼ਨਸ ਬਣਾਏ ਜਾਂਦੇ ਨੇ। ਅਤੇ ਜੇ ਅਸੀਂ ਗੱਲ ਕਰੀਏ ਇਮੀਗ੍ਰੇਸ਼ਨ ਪਾਰਟ ਦੀ, ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ ਕੈਨੇਡਾ ਇੱਕ ਇਮੀਗ੍ਰੈਂਟ ਕੰਟਰੀ ਮੰਨੀ ਜਾਂਦੀ ਆ। ਸੋ ਜੋ ਵੀ ਇਮੀਗ੍ਰੇਸ਼ਨਸ ਦੇ ਨਵੇਂ ਰੂਲਸ ਐਂਡ ਰੈਗੂਲੇਸ਼ਨਸ ਨੇ, ਉਹਨੂੰ ਲੈ ਕੇ ਸਾਡੇ ਨਾਲ ਜੁੜੇ ਨੇ ਨੰਦਾ ਲਾਇਰਸ ਐਂਡ ਐਸੋਸੀਏਟਸ ਤੋਂ ਮਨਦੀਪ ਚੌਧਰੀ, ਜੋ ਕਿ ਬੈਰਿਸਟਰ ਐਂਡ ਸੋਲੀਸਿਟਰ ਇਮੀਗ੍ਰੇਸ਼ਨ ਲਾਇਰ ਨੇ, ਅਤੇ ਨਾਲ ਹੀ ਵਸੀਮ ਸ਼ੇਖ, ਜੋ ਕਿ ICCRC ਮੈਂਬਰ ਨੇ ਅਤੇ ਇਮੀਗ੍ਰੇਸ਼ਨ ਕੰਸਲਟੈਂਟ ਨੇ। ਪਹਿਲਾਂ ਤਾਂ ਮੈਂ ਉਹ ਦੋਨਾਂ ਦਾ ਸਵਾਗਤ ਕਰਦੀ ਹਾਂ ਸਾਡੇ ਸ਼ੋਅ ਦੇ ਵਿੱਚ। ਸਰ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਸ਼ੋਅ ਦੇ ਵਿੱਚ। ਸਰ, ਆਪਾਂ ਸ਼ੁਰੂਆਤ ਕਰਦੇ ਹਾਂ ਅੱਜ ਸਟੂਡੈਂਟਸ ਤੋਂ। ਜਿੱਦਾਂ ਕਿ ਅਸੀਂ ਸਾਰੇ ਜਾਣਦੇ ਹਾਂ, ਇਮੀਗ੍ਰੇਸ਼ਨ ਜਿਹੜਾ ਇੱਕ ਟੌਪਿਕ ਹੈ, ਬਹੁਤ ਇੱਕ ਵਾਸਟ ਟੌਪਿਕ ਹੈ। ਹਰ ਕਿਸੇ ਨੂੰ ਇੱਕ ਇੱਛੁਕ ਜਿਹੀ ਰਹਿੰਦੀ ਆ ਅੰਦਰ ਹਰ ਨਵੇਂ ਅਪਡੇਟਸ ਬਾਰੇ ਜਾਣਕਾਰੀ ਲੈਣ ਲਈ। ਅਤੇ ਆਪਾਂ ਸਟਾਰਟ ਕਰਦੇ ਹਾਂ ਸਰ ਸਟੂਡੈਂਟਸ ਤੋਂ। ਜਿਹੜੇ ਕਿ ਸਟੂਡੈਂਟਸ, ਜਿੱਦਾਂ ਕਿ ਹੁਣ COVID-19 ਕਰਕੇ ਕਾਫੀ ਰੈਸਟ੍ਰਿਕਸ਼ਨਸ ਲੱਗੀਆਂ ਹੋਈਆਂ ਜਾਂ ਟਰੈਵਲ ਰੈਸਟ੍ਰਿਕਸ਼ਨਸ ਨੇ, ਅਤੇ ਕਾਫੀ ਬੱਚੇ ਇੱਦਾਂ ਨੇ ਜਿਨ੍ਹਾਂ ਦੇ ਆਲਰੇਡੀ ਵੀਜ਼ਾਜ਼ ਲੱਗ ਚੁੱਕੇ ਨੇ, ਜਿਨ੍ਹਾਂ ਨੂੰ ਆਲਰੇਡੀ ਅਪਰੂਵਲ ਮਿਲ ਚੁੱਕੀ ਆ, ਪਰ ਉਹ ਇੱਥੇ ਹਜੇ ਡਿਊ ਟੂ ਰੈਸਟ੍ਰਿਕਸ਼ਨਸ ਟਰੈਵਲ ਨਹੀਂ ਕਰ ਸਕਦੇ। ਸੋ ਇਹਨਾਂ ਦੇ ਬਾਰੇ ਥੋੜ੍ਹੀ ਜਿਹੀ ਹੋਰ ਡਿਟੇਲ ਦੇ ਵਿੱਚ ਮੈਨੂੰ ਤੁਸੀਂ ਜਾਣਕਾਰੀ ਦਿਓ ਵੀ ਕੀ ਨਵੇਂ ਅਪਡੇट्स गवर्नमेंट ने ਕੱਢੇ ਨੇ ਇਹਨਾਂ ਬੱਚਿਆਂ ਲਈ। देखो, स्टूडेंट्स में एक तो ये है कि नई एप्लीकेशंस जो करना चाह रहे हैं वो तो लगा सकते हैं। एप्लीकेशंस दे आर इन प्रोसेस। जिन लोगों की एप्लीकेशन अप्रूव हुई है या जिन लोगों की अगेन प्रोसेस में है, तो उन लोगों के लिए गवर्नमेंट ऑफ कनाडा बिकॉज ऑफ कोविड 2 स्टेज जो है प्रोसेस इंट्रोड्यूस की है। सो वंस दे इश्यू दी इनिशियल अप्रूवल एंड देन से कि भाई आपने अगर पढ़ाई शुरू करनी है तो यू कैन स्टार्ट नाउ। मैनी टाइम्स स्टूडेंट्स आर अब्रोड, सो बिकॉज ऑफ कोविड देर आर ट्रैवल रिस्ट्रिक्शंस दैट दे आर नॉट एबल टू ट्रैवल। सो इस केस में अगर वो लोग अब्रोड हैं, चाहे इंडिया में या कहीं पे भी हैं, तो वहाँ पे बैठ के भी अपनी पढ़ाई जो है ऑनलाइन दे कैन डू दैट। एंड द गुड थिंग विद गवर्नमेंट रूल्स एंड रेगुलेशंस के बच्चों को जो बेनिफिट मिलती है पढ़ाई के बाद की पोस्ट ग्रेजुएट वर्क परमिट की, वो पहले रूल्स ये था कि अगर आपने ऑनलाइन पढ़ाई की है तो वो एलिजिबल नहीं था। नाउ दे हैव रिलैक्स द रूल्स। आपने जो ऑनलाइन कोर्सेज किए हैं, और वो इवन दो इफ इट इज़ आउटसाइड कैनेडा, यू कैन स्टिल कंसिडर दैट पीरियड वट एवर यू हैव स्टडीड ऑनलाइन कोर्स इज़ दैट यू कैन कंसिडर टुवर्ड्स योर पोस्ट ग्रेजुएट वर्क परमिट। सो अगर आप ट्रैवल रिस्ट्रिक्शंस हैं, आप आ नहीं सकते, देर आर लाइक इवन दो आई हैव सीन के ट्रैवल रिस्ट्रिक्शंस नहीं भी हैं, फिर भी कई कंट्रीज़ में लॉकडाउन एंड फ्लाइट्स आर बीइंग कैंसल, स्टूडेंट्स आर नॉट एबल टू ट्रैवल, सो दे कैन स्टिल डू ऑनलाइन कोर्सेज and that period whatever they spent outside Canada that can be considered towards their postgraduate work permit. So yes, there are flexibility in the rules. ਜੀ ਬਿਲਕੁਲ ਹੀ ਬਹੁਤ ਸਹੀ ਤੁਸੀਂ ਗੱਲ ਕੀਤੀ ਹੈ। ਸਰ, ਮੈਂ ਹੁਣ ਤੁਹਾਡੇ ਕੋਲ ਚੱਲਾਂਗੀ। ਮੈਂ ਤੁਹਾਡੇ ਤੋਂ ਇਸੇ ਰਿਲੇਟਿਡ ਹੀ ਕੁਐਸਚਨ ਪੁੱਛਾਂਗੀ ਵੀ ਜਿਹੜੇ ਬੱਚੇ ਇੰਡੀਆ ਹੁੰਦੇ ਆ ਜਾਂ ਕਿਸੇ ਵੀ ਕੰਟਰੀ 'ਚ, ਉਹਨਾਂ ਦਾ ਜੇ ਪਲਾਨ ਹੁੰਦਾ ਆ ਇੱਥੇ ਸਟੱਡੀ ਕਰਨ ਲਈ ਆਉਣ ਲਈ, ਸੋ ਇੱਕ ਕੀ ਰਾਈਟ ਪ੍ਰੋਸੈਸ ਹੁੰਦਾ ਆ ਵੀ ਉਹਨਾਂ ਨੂੰ ਇੱਕ ਰਾਈਟ ਗਾਈਡੈਂਸ ਬਹੁਤ ਜ਼ਰੂਰੀ ਆ। ਸੋ ਕੀ ਇੱਕ ਰਾਈਟ ਗਾਈਡੈਂਸ ਹੁੰਦੀ ਹੈ ਸਰ ਉਹਨਾਂ ਲਈ? ਮੇਰੀ ਬਹੁਤ ਵਧੀਆ ਕੁਐਸਚਨ ਹੈ ਜੀ। ਲੋਟ ਆਫ ਆਪਣੇ ਜਿੰਨੇ ਸਟੂਡੈਂਟ ਹੈਗੇ ਸਪੈਸ਼ਲੀ ਫਰਮ ਇੰਡੀਆ, ਕਿਉਂਕਿ ਇੰਡੀਆ ਐਂਡ ਚਾਈਨਾ ਇਜ਼ ਨੰਬਰ 1 ਕੰਟਰੀਜ਼ ਜਿਹਦੇ 'ਚ ਸਟੂਡੈਂਟ ਕੈਨੇਡਾ ਜਾਂਦੇ। ਜਿੱਦਾਂ ਵਸੀਮ ਜੀ ਨੇ ਕਿਹਾ ਕਿ ਦੇਰ ਇਜ਼ ਅ 2 ਪ੍ਰੋਸੈਸ ਰਾਈਟ ਨਾਓ, ਸਟੇਜ 1 ਐਂਡ ਸਟੇਜ 2 ਗੋਇੰਗ ਔਨ ਇਨ ਸਪੈਸ਼ਲੀ ਫॉर ਦਿਸ ਐਪਲੀਕੇਸ਼ਨ। ਮੇਰੀ ਰਿਕਮੈਂਡੇਸ਼ਨ ਇਹ ਰਹੇਗੀ ਜਿੰਨੇ ਵੀ ਆਪਣੇ ਵਿਊਅਰਸ ਹੈਗੇ ਕਿ ਸਭ ਤੋਂ ਪਹਿਲਾਂ ਜਿਨ੍ਹਾਂ ਦੇ ਵੀ ਸਭ ਤੋਂ ਪਹਿਲਾਂ ਉਹ ਚੈੱਕ ਕਰਨ ਆਪਣਾ ਸਕੂਲ ਕਿ ਉਹ ਸਕੂਲ ਜੋ ਹੈਗਾ DLL ਰਜਿਸਟਰਡ ਹੈਗਾ, ਬਿਕੋਜ਼ ਇਹ ਬਹੁਤ ਇੰਪੋਰਟੈਂਟ ਹੁੰਦਾ। ਬਹੁਤ ਸਾਰੇ ਵਿਊਅਰਸ ਨੂੰ ਨਹੀਂ ਪਤਾ ਕਿ ਅਗਰ ਵਿਦਆਊਟ DLL ਰਜਿਸਟਰਡ ਸਕੂਲ ਤੋਂ ਅਗਰ ਤੁਸੀਂ ਆਪਣੀ ਗ੍ਰੈਜੂਏਸ਼ਨ ਕਰਦੇ ਹੋ, ਤੁਸੀਂ ਪੋਸਟ ਗ੍ਰੈਜੂਏਟ ਵਰਕ ਪਰਮਿਟ ਵਾਸਤੇ ਐਲੀਜੀਬਲ ਨਹੀਂ ਹੁੰਦੇ। ਸੈਕਿੰਡ ਥਿੰਗ ਇਜ਼ ਜੋ ਉਹਨਾਂ ਦਾ ਕੰਸਲਟੈਂਟ ਹੈ, ਇਟ ਸ਼ੁੱਡ ਬੀ ਰਜਿਸਟਰਡ, ਆਈਦਰ ਉਹ ਲਾਇਰ ਹੋਏ ਜਾਂ ਰਜਿਸਟਰਡ ਆਪਣੇ ਮੈਂਬਰ ਹੋਏ ਐਜ਼ ਅ ਕੰਸਲਟੈਂਟ। ਦੈਟਸ ਵੈਰੀ ਵੈਰੀ ਇੰਪੋਰਟੈਂਟ, ਕਿਉਂਕਿ ਇੰਡੀਆ 'ਚ ਬਹੁਤ ਸਾਰੇ ਫੈਂਟਮ ਕੰਸਲਟੈਂਟ ਹੈਗੇ ਹੈ ਜਿਨ੍ਹਾਂ ਕੋਲ ਰਾਈਟ ਕ੍ਰੈਡੈਂਸ਼ੀਅਲ ਨਹੀਂ ਹੈਗੀ ਹੈ ਔਰ ਐਡਵਾਈਸ ਰੋਂਗ ਦਿੰਦੇ। ਤੀਜੀ ਥਿੰਗ ਇਜ਼ ਮਿਸਰਿਪ੍ਰੈਜ਼ੈਂਟੇਸ਼ਨ ਨਹੀਂ ਕਰਨੀ। ਕੋਈ ਵੀ ਡਾਕੂਮੈਂਟ ਅਗਰ ਤੁਹਾਡਾ ਕੰਸਲਟੈਂਟ ਕਹਿੰਦਾ ਹੈ ਹਾਈਡ ਕਰੋ ਜਾਂ ਨਕਲੀ ਡਾਕੂਮੈਂਟ ਲਾਓ, ਉਹ 100% ਡਿਸਕਰੇਜ ਕੀਤਾ ਜਾਏ, ਕਿਉਂਕਿ ਬਾਅਦ 'ਚ ਜਦ ਤੁਸੀਂ ਇੱਥੇ ਕੈਨੇਡਾ ਆ ਜਾਂਦੇ ਹੋ, ਤੁਸੀਂ ਵਰਕ ਪਰਮਿਟ ਲਾਣੇ ਹੈ ਜਾਂ ਕੁਛ ਵੀ ਕਰਨਾ ਹੈ, PR ਲਾਣੀ ਹੈ, ਉਹ ਜੋ ਡਾਕੂਮੈਂਟਸ ਤੁਸੀਂ ਉਸ ਟਾਈਮ ਜਾਂ ਤਾਂ ਨੋਰਮਲ ਵਰਡ ਹੁੰਦਾ ਕਿ ਨਕਲੀ ਡਾਕੂਮੈਂਟ ਲਾਇਆ ਹੈ ਜਾਂ ਤੁਸੀਂ ਹਾਈਡ ਕੀਤਾ ਕੁਛ, ਉਹ ਹਮੇਸ਼ਾ ਤੁਹਾਡੀ ਐਪਲੀਕੇਸ਼ਨ 'ਤੇ ਇਫੈਕਟ ਕਰੇਗਾ। ਅਤੇ ਮੇਰੀ ਇਹ ਸਭ ਤੋਂ ਮੇਨ ਰਿਕਮੈਂਡੇਸ਼ਨ ਇਹੀ ਹੈ ਕਿ ਜਿਹਦੇ ਨਾਲ ਵੀ ਉਹ ਕੰਮ ਕਰਨਾ ਚਾਹੁੰਦੇ ਆ, ਜੋ ਵੀ ਉਹਨਾਂ ਦਾ ਕੰਸਲਟੈਂਟ ਹੈ, ਉਹਦੇ ਕ੍ਰੈਡੈਂਸ਼ੀਅਲ ਚੈੱਕ ਕਰਨ। ਦੂਜੀ ਥਿੰਗ ਇਜ਼ ਅਗਰ ਉਹ ਤੁਹਾਨੂੰ ਇਹੋ ਜਿਹੀ ਐਡਵਾਈਸ ਦਿੰਦਾ ਹੈ, ਡਿਸਕਰੇਜ ਕਰਨ ਉਹਨਾਂ 'ਤੇ ਨਾਲ ਨਾ ਜੁੜਨ, ਕਿਸੇ ਹੋਰ ਕੰਸਲਟੈਂਟ ਜਾਂ ਕਿਸੇ ਹੋਰ ਲਾਇਰ ਨੂੰ ਫੋਲੋ ਅਪ ਕਰਨ।
सॉरी मनदीप जी ने जो बात बोली है बहुत अच्छा इन्होंने टॉपिक छेड़ा है, जो कि रिप्रेजेंटेटिव जो है वो आपका देखो मेक श्योर करो वेदर दे आर लाइसेंस मेंबर ऑफ ICCRC इमिग्रेशन कंसल्टेंट ऑफ कनाडा रेगुलेटरी काउंसिल और नॉट, या तो कैनेडियन बार एसोसिएशन बैरिस्टर और सॉलिसिटर जो है कनाडा की जो लाइसेंसिंग बॉडी है उसके ये 2 ऑथोराइज्ड मेंबर हो सकते हैं। उसके अलावा आप किसी भी थर्ड पार्टी से वहाँ पे जो अनऑथोराइज्ड है अनलाइसेंस है उनके थ्रू कराते हो तो इवेंचुअली तो रिस्पॉन्सिबिलिटी होती है वो क्लाइंट की होती है। हमारे पास ऐसे बहुत सारे क्लाइंट्स आते हैं, दे टेल अस के भाई हमारी तो मास्टर्स डिग्री है, बट जब वीज़ा लगाने के टाइम पे वो बोलते हैं मास्टर्स डिग्री तो डिस्क्लोज ही नहीं की। वेदर द क्लाइंट वाज अवेयर फॉर दैट और नॉट अवेयर ऑफ दैट, लाइक दे आर अनअवेयर और इंटेंशनली किया हुआ है, वो जो भी रीज़न है देख, बट अल्टीमेटली रिस्पॉन्सिबिलिटी जो होती है वो क्लाइंट की होती है। आपका जो भी एजेंट होगा वो इंडिया में बैठा होगा, वो आपने उसकी कंसल्टेंसी फ़ीस लेके दे विल सेंड यू टू कनाडा, बट अल्टीमेटली आपका यहाँ पे कैरियर, आपकी लाइफ यहाँ पे बर्बाद हो जाएगी। यू आर नॉट गोइंग टू गेट एनी पॉइंट्स फॉर योर मास्टर्स डिग्री और एनी एजुकेशन और एनी वर्क एक्सपीरियंस। अगेन मनदीप जी ने बताया फेक डॉक्यूमेंट्स और ये सब सारी चीज़ें कभी भी नहीं करनी चाहिए। जो आपका काम का एक्सपीरियंस एक्चुअल है वही बताना चाहिए, कोई क्रिएटिविटी नहीं होनी चाहिए इसमें, बिकॉज अल्टीमेटली दैट विल हार्म योर प्रोफाइल। Eventually that can lead towards misrepresentation and refusal 5-year ban as well. So make sure आप जो भी बताते हैं it should be clear, legit document and legit work experience or education. ਜੀ ਬਿਲਕੁਲ ਸਹੀ ਇਹਨਾਂ ਨੇ ਕਿਹਾ। ਤੇ ਇੱਥੇ ਹੁਣ ਸਮਾਂ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਮੈਂ ਲੈਣੀ ਛੋਟਾ ਜਿਹਾ ਬ੍ਰੇਕ ਤੋਂ ਬਾਅਦ ਅਸੀਂ ਫੇਰ ਮਿਲਦੇ ਹਾਂ।